ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਮੇਰੇ ਬੋਲਣ ਦਾ ਵਿਸ਼ਾ ਹੈ ਸਿੱਖ ਧਰਮ ਵਿੱਚ ਇਸਤਰੀ ਦੀ ਮਹਾਨਤਾ। ਸਿੱਖ ਧਰਮ ਦੇ ਵਿੱਚ ਇਸਤਰੀ ਨੂੰ ਜੋ ਮਹਾਨਤਾ ਮਿਲੀ ਹੈ, ਉਸ ਦੇ ਬਾਬਤ ਅਸੀਂ ਗੁਰਬਾਣੀ ਦੇ ਵਿੱਚੋਂ ਵੀ ਸ਼ਬਦ ਲੈ ਕੇ ਸਮਝਣ ਦਾ ਯਤਨ ਕਰਾਂਗੇ। ਵੈਸੇ ਇਸਤਰੀ ਜਾਤੀ ਨੂੰ ਸਾਰੇ ਹੀ ਧਰਮਾਂ ਵੱਲੋਂ ਨੀਵਾਂ ਦਰਜਾ ਦਿੱਤਾ ਗਿਆ ਸੀ। ਇਸਤਰੀ ਨਾਲ ਤਾਂ ਇੱਥੋਂ ਦੇ ਕਹੇ ਜਾਣ ਵਾਲੇ ਧਾਰਮਿਕ ਆਗੂਆਂ ਨੇ ਵੀ ਘੱਟ ਨਹੀਂ ਸੀ ਕੀਤੀ। ਮਹਾਭਾਰਤ ਦੇ ਜੋ ਨਾਇਕ ਸਨ, ਉਹਨਾਂ ਨੇ ਆਪਣੀ ਪਤਨੀ ਦ੍ਰੋਪਦੀ ਨੂੰ ਆਪਣੀ ਇੱਕ ਵਸਤੂ ਸਮਝਦਿਆਂ ਹੋਇਆਂ ਜੂਏ ਵਿੱਚ ਹਾਰ ਦਿੱਤਾ ਸੀ। ਅਤੇ ਉਸ ਸਮੇਂ ਦੇ ਕਹੇ ਜਾਂਦੇ ਅਵਤਾਰ ਰਾਮਚੰਦਰ ਅਵਤਾਰ ਨੇ ਆਪਣੀ ਘਰਵਾਲੀ ਸੀਤਾ ਨੂੰ ਆਪਣੇ ਘਰੋਂ ਹੀ ਕੱਢ ਦਿੱਤਾ ਸੀ। ਇੱਥੋਂ ਤਿੱਕਰ ਤੁਲਸੀ ਦੇ ਰਾਮਾਇਣ ਦੇ ਵਿੱਚ ਵੀ ਲਿਖਿਆ ਮਿਲਦਾ ਹੈ ਕਿ ਢੋਰ ਸ਼ੂਦਰ ਪਸ਼ੂ ਔਰ ਨਾਰੀ ਚਾਰੋਂ ਤਾੜਨ ਕੇ ਅਧਿਕਾਰੀ। ਕਿਸੇ ਨੇ ਇਸਤਰੀ ਨੂੰ ਪੈਰ ਦੀ ਜੁੱਤੀ ਕਿਹਾ, ਕਿਸੇ ਨੇ ਨਰਕ ਦਾ ਦਰਵਾਜ਼ਾ। ਬੇਸ਼ੱਕ ਸਾਡੇ ਹਿੰਦੂ ਸਮਾਜ ਵਿੱਚ ਅੱਜ ਵੀ ਦੇਵੀਆਂ ਦੀ ਪੂਜਾ ਕੀਤੀ ਜਾਂਦੀ ਹੈ, ਪਰ ਇੱਕ ਗੱਲ ਯਾਦ ਰੱਖਣਾ, ਸਭ ਤੋਂ ਵੱਧ ਇਸਤਰੀ ਦਾ ਸ਼ੋਸ਼ਣ ਵੀ ਹਿੰਦੂ ਸਮਾਜ ਦੇ ਵਿੱਚ ਹੋਇਆ ਹੈ। ਮੁਸਲਮਾਨ ਸਮਾਜ ਵਿੱਚ ਵੀ ਔਰਤ ਨੂੰ ਬਰਾਬਰ ਦਾ ਅਧਿਕਾਰ ਹੈ ਜਿਹੜਾ ਹਾਸਲ ਨਹੀਂ ਹੈਗਾ। ਕਹੇ ਜਾਂਦੇ ਵੱਖੋ ਵੱਖਰੇ ਧਰਮਾਂ ਜਾਂ ਮਤਾਂ ਨੇ ਇਸਤਰੀ ਨੂੰ ਕੀ ਸਤਿਕਾਰ ਜਾਂ ਕਿੰਨੀ ਕੁ ਬਰਾਬਰਤਾ ਦਿੱਤੀ ਹੈ, ਇਸ ਬਾਰੇ ਗੱਲ ਕਰਨ ਦੀ ਬਜਾਏ ਸਾਨੂੰ ਆਪਣੇ ਮਤ ਬਾਰੇ ਸਮਝਣ ਦੀ ਜ਼ਰੂਰਤ ਹੈ। ਸਾਡੇ ਸਿੱਖ ਧਰਮ ਨੇ ਕੀ ਬਰਾਬਰਤਾ ਦਿੱਤੀ ਹੈ, ਸਾਡੇ ਸਿੱਖ ਧਰਮ ਦੇ ਵਿੱਚ ਕੀ ਵਿਲੱਖਣਤਾ ਹੈ। ਕਿਉਂਕਿ ਗੁਰੂ ਪਿਆਰ ਵਾਲਿਓ, ਬਾਕੀ ਧਰਮਾਂ ਨਾਲੋਂ ਸਾਡੇ ਸਿੱਖ ਧਰਮ ਦੀ ਇੱਕ ਅਲੱਗ ਵਿਚਾਰਧਾਰਾ ਹੈ, ਇੱਕ ਬਹੁਤ ਵੱਡੀ ਵਿਲੱਖਣਤਾ ਹੈ, ਬਹੁਤ ਵੱਡਾ ਵਿਸ਼ਾਲ ਧਰਮ ਹੈ। ਅਸੀਂ ਦੇਖਾਂਗੇ ਕਿ ਸਾਡੇ ਇਸ ਧਰਮ ਦੇ ਵਿੱਚ ਵੀ ਕੀ ਬਰਾਬਰਤਾ ਦਾ ਅਧਿਕਾਰ ਔਰਤ ਨੂੰ ਮਿਲਿਆ ਹੈ ਜਾਂ ਨਹੀਂ ਮਿਲਿਆ। ਵੈਸੇ ਤਾਂ ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਤਾਂ ਇਸਤਰੀ ਦੇ ਹੱਕ ਦੇ ਵਿੱਚ ਆਵਾਜ਼ ਉਠਾਈ ਸੀ। ਇਸਤਰੀ ਦੀ ਨਰਾਦਰੀ ਦੇ ਵਿਰੁੱਧ ਅਤੇ ਇਸਤਰੀ ਦੇ ਹੱਕ ਵਿੱਚ ਹਾਂ ਦਾ ਨਾਅਰਾ ਮਾਰਿਆ ਸੀ। ਇਸਤਰੀ ਦੇ ਸਮਾਜਿਕ ਯੋਗਦਾਨ ਦੀ ਹਮਾਇਤ ਕਰਦਿਆਂ ਹੋਇਆਂ ਗੁਰੂ ਪਾਤਸ਼ਾਹ ਮਹਾਰਾਜ ਨੇ ਉਸ ਸਮੇਂ ਦੇ ਧਾਰਮਿਕ ਆਗੂਆਂ ਨੂੰ ਸਮਝਾਇਆ ਸੀ ਕਿ ਜਿਸ ਇਸਤਰੀ ਨੂੰ ਤੁਸੀਂ ਨੀਚ ਸਮਝਦੇ ਹੋ ਅਤੇ ਜਿਸ ਇਸਤਰੀ ਤੋਂ ਤੁਸੀਂ ਆਪਣੇ ਪੈਰ ਦੀ ਜੁੱਤੀ ਸਮਝਦੇ ਹੋ, ਉਸ ਇਸਤਰੀ ਤੋਂ ਬਿਨਾਂ ਸੰਸਾਰ ਦਾ ਵਿਹਾਰ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਵੱਡੇ ਵੱਡੇ ਮਹਾਂਪੁਰਸ਼ਾਂ ਦਾ ਜਨਮ ਵੀ ਉਸ ਇਸਤਰੀ ਤੋਂ ਬਿਨਾਂ ਨਹੀਂ ਹੋ ਸਕਦਾ। ਗੁਰੂ ਪਾਤਸ਼ਾਹ ਮਹਾਰਾਜ ਨੇ ਫਰਮਾਇਆ, ਗੁਰੂ ਪਾਤਸ਼ਾਹ ਜੀ ਮਹਾਰਾਜ ਦਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ਨੰਬਰ 473 ਦੇ ਉੱਪਰ ਪਾਵਨ ਵਾਕ ਹੈ, ਪੰਡ ਜੰਮੀਐ ਪੰਡ ਨਿੰਮੀਐ ਪੰਡ ਮੰਗਣ ਵਿਆਹੋ, ਭੰਡੋ ਹੋਵੇ ਦੋਸਤੀ ਭੰਡੋ ਚੱਲੇ ਰਾਹ, ਭੰਡ ਮੂਆ ਭੰਡ ਭਾਲੀਐ ਭੰਡ ਹੋਵੇ ਬੰਧਾਨ, ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ। ਗੁਰੂ ਪਾਤਸ਼ਾਹ ਜੀ ਮਹਾਰਾਜ ਨੇ ਕਿਹਾ ਕਿ ਜੋ ਇਸਤਰੀ ਨੇ ਜਨਮ ਦਿੱਤਾ ਹੈ, ਜੋ ਇਸਤਰੀ ਦੇ ਪੇਟ ਦੇ ਵਿੱਚੋਂ ਪ੍ਰਾਣੀ ਨੇ ਆਪਣਾ ਸਰੀਰ ਧਾਰਨ ਕੀਤਾ ਹੈ, ਜੋ ਇਸਤਰੀ ਦੇ ਪੇਟ ਦੇ ਵਿੱਚ ਮਨੁੱਖ ਦੇ ਸਰੀਰ ਦੀ ਘਾੜਤ ਘੜੀ ਗਈ ਹੈ, ਇਸਤਰੀ ਦੇ ਰਾਹੀਂ ਹੀ ਲੋਕਾਂ ਨਾਲ ਸੰਬੰਧ ਬਣਦਾ ਹੈ ਅਤੇ ਇਸਤਰੀ ਦੀ ਤੋਂ ਹੀ ਜਗਤ ਦੀ ਉਤਪਤੀ ਦਾ ਰਸਤਾ ਚੱਲਦਾ ਹੈ। ਜੇ ਇਸਤਰੀ ਮਰ ਜਾਵੇ ਨਾ, ਤਾਂ ਹੋਰ ਇਸਤਰੀ ਦੀ ਭਾਲ ਕੀਤੀ ਜਾਂਦੀ ਹੈ। ਇਸਤਰੀ ਤੋਂ ਹੀ ਹੋਰਨਾਂ ਨਾਲ ਰਿਸ਼ਤੇਦਾਰੀ ਬਣਦੀ ਹੈ। ਜਿਸ ਇਸਤਰੀ ਜਾਤੀ ਤੋਂ ਰਾਜੇ ਮਹਾਰਾਜਿਆਂ ਨੇ ਜਨਮ ਲਿਆ ਹੋਵੇ, ਉਸ ਨੂੰ ਮਾੜਾ ਕਿਸ ਤਰ੍ਹਾਂ ਕਹਿ ਰਹੇ ਜੇ ਤੁਸੀਂ। ਪਰ ਗੁਰੂ ਪਿਆਰ ਵਾਲਿਓ, ਬੜੀ ਨਮੋਸ਼ੀ ਦੀ ਗੱਲ ਹੈ, ਬੜਾ ਦੁਖੀ ਹੋ ਕੇ ਕਹਿਣਾ ਪੈਂਦਾ ਕਿ ਅੱਜ ਜਿਹੜਾ ਹੈ ਗੁਰੂ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਵੱਲੋਂ ਜੋ ਸਿਧਾਂਤ ਚਲਾਇਆ ਗਿਆ ਸੀ, ਉਸ ਸਿਧਾਂਤ ਦੀ ਜਿਹੜੀ ਪਾਲਣਾ ਹੁੰਦੀ ਜਿਹੜੀ ਇਹ ਨਹੀਂ ਦਿਸ ਰਹੀ। ਉਸ ਸਿਧਾਂਤ ਦੇ ਉੱਪਰ ਨਹੀਂ ਚੱਲ ਜਾ ਰਿਹਾ। ਅਜੋਕੇ ਸਿੱਖ ਮਤ ਵੀ ਬਾਬੇ ਨਾਨਕ ਦੇ ਸ਼ਬਦਾਂ ਦੇ ਰੱਟੇ 'ਤੇ ਲਾਈ ਜਾ ਰਹੇ ਨੇ, ਪਰ ਇਸ ਸ਼ਬਦਾਂ ਨੂੰ ਪੜ੍ਹਨ ਤੱਕ ਹੀ ਸੀਮਤ ਰਹਿ ਗਏ ਨੇ। ਅਸਲੀਅਤ ਵਿੱਚ ਬਰਾਬਰਤਾ ਔਰਤ ਨੂੰ ਸਿੱਖ ਮਤ ਵਿੱਚ ਵੀ ਅਜੇ ਹਾਸਲ ਨਹੀਂ ਜੇ ਹੋਈ। ਜਿਵੇਂ ਕਿ ਖੰਡੇ ਦੀ ਪਹੁਲ ਤਿਆਰ ਕਰਨ ਲਈ ਸਿੱਖ ਇਸਤਰੀ ਨੂੰ 5 ਪਿਆਰਿਆਂ ਵਿੱਚ ਸ਼ਾਮਲ ਨਹੀਂ ਹੋਣ ਦਿੱਤਾ ਜਾਂਦਾ। ਦਰਬਾਰ ਸਾਹਿਬ ਵਿੱਚ ਸਿੱਖ ਬੀਬੀਆਂ ਨੂੰ ਕੀਰਤਨ ਕਰਨ ਦੀ ਇਜਾਜ਼ਤ ਨਹੀਂ ਹੈਗੀ। ਗੁਰਦੁਆਰਿਆਂ ਵਿੱਚ ਪੁੱਤਰਾਂ ਦੀ ਪ੍ਰਾਪਤੀ ਦੇ ਲਈ ਅਰਦਾਸਾਂ ਕੀਤੀਆਂ ਜਾਂਦੀਆਂ ਨੇ। ਪੁੱਤਰ ਦੇ ਜਨਮ ਹੋਣ 'ਤੇ ਖੁਸ਼ੀ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਅਖੰਡ ਪਾਠ ਕਰਵਾਏ ਜਾਂਦੇ ਨੇ। ਪਰ ਗੁਰੂ ਪਿਆਰ ਵਾਲਿਓ, ਅੱਜ ਤੱਕ ਇਹ ਦੇਖਣ ਨੂੰ ਨਹੀਂ ਮਿਲਿਆ ਕਿ ਕਿਸੇ ਔਰਤ ਦੇ ਜਨਮ ਲੈਣ 'ਤੇ ਅਖੰਡ ਪਾਠ ਕਰਵਾਏ ਹੋਣ, ਔਰਤ ਦੇ ਜਨਮ ਲੈਣ ਲਈ ਅਰਦਾਸ ਕਰਵਾਈ ਹੋਵੇ। ਇੱਥੋਂ ਤੱਕ ਕਿ ਸਿੱਖ ਧਰਮ ਦੇ ਵਿੱਚ ਰੱਖੜੀ ਦਾ ਤਿਉਹਾਰ ਵੀ ਉਸੇ ਤਰ੍ਹਾਂ ਹੀ ਅਜੇ ਮਨਾਇਆ ਜਾ ਰਿਹਾ।
ਪਹਿਲੇ ਸਮੇਂ ਦੇ ਵਿੱਚ ਜਿਹੜੇ ਰਾਜੇ ਮਹਾਰਾਜੇ ਸੀ, ਉਹ ਸਿੱਖ ਇਸਤਰੀਆਂ ਨੂੰ ਕੀ ਹੋਰ ਧਰਮਾਂ ਦੀਆਂ ਇਸਤਰੀਆਂ ਨੂੰ ਵੀ ਗੁਲਾਮ ਬਣਾ ਕੇ ਲੈ ਕੇ ਜਾਂਦੇ ਸੀ। ਅਤੇ ਸਿੱਖ ਧਰਮ ਦੇ ਆਗੂ ਜਿਹੜੇ ਸਾਡੇ ਸਿੱਖ ਹੋਏ ਹਨ, ਉਹਨਾਂ ਨੇ ਜਾ ਕੇ ਉਹਨਾਂ ਜ਼ਾਲਮਾਂ ਤੋਂ ਉਹਨਾਂ ਇਸਤਰੀਆਂ ਨੂੰ ਉਹਨਾਂ ਦੀ ਕੈਦ ਦੇ ਵਿੱਚੋਂ ਰਿਹਾ ਕਰਵਾਇਆ ਸੀ ਅਤੇ ਘਰ ਘਰ ਪਹੁੰਚਾਇਆ ਸੀ। ਪਰ ਗੁਰੂ ਪਿਆਰ ਵਾਲਿਓ, ਅੱਜ ਅਸੀਂ ਖੁਦ ਫਿਰ ਉਸ ਇਸਤਰੀ ਨੂੰ ਗੁਲਾਮ ਬਣਾਈ ਜਾ ਰਹੇ ਹਾਂ। ਅੱਜ ਸਾਡੀ ਇਸਤਰੀ, ਸਾਡੀ ਔਰਤ ਸਿੱਖ ਧਰਮ ਦੇ ਵਿੱਚ ਹੁੰਦਿਆਂ ਹੋਇਆਂ ਵੀ ਆਪਣੇ ਭਰਾ ਦੇ ਗੁੱਟ 'ਤੇ ਰੱਖੜੀ ਬੰਨ੍ਹਦੀ ਹੈ ਅਤੇ ਇਹ ਪ੍ਰਣ ਲੈਂਦੀ ਹੈ ਕਿ ਤੂੰ ਮੇਰੀ ਅੱਜ ਤੋਂ ਰੱਖਿਆ ਕਰੇਂਗਾ। ਪਰ ਗੁਰੂ ਪਿਆਰ ਵਾਲਿਓ, ਸੋਚਣ ਵਾਲੀ ਗੱਲ ਹੈ ਕਿ ਜਿਸ ਭੈਣ ਨੇ ਪਹਿਲੇ ਸਾਲ ਰੱਖੜੀ ਬੰਨ੍ਹ ਕੇ ਉਸ ਭਰਾ ਤੋਂ ਵਚਨ ਲਿਆ ਸੀ ਕਿ ਅਗਲੇ ਸਾਲ ਬਾਅਦ ਉਹ ਜਿਹੜੀ ਪਿਆਰ ਦੀ ਤੰਦ ਹੈ ਉਹ ਇੰਨੀ ਜ਼ਿਆਦਾ ਕੱਚੀ ਪੈ ਗਈ ਕਿ ਅਗਲੇ ਸਾਲ ਬਾਅਦ ਫਿਰ ਜਾ ਕੇ ਰੱਖੜੀ ਬੰਨ੍ਹ ਕੇ ਉਹ ਵਚਨ ਲੈਣਾ ਪੈ ਰਿਹਾ ਹੈ ਕਿ ਤੁਸੀਂ ਮੇਰੀ ਰੱਖਿਆ ਕਰਨੀ ਹੈ। ਸਮਝ ਨਹੀਂ ਆਉਂਦੀ ਕਿ ਚੱਲ ਕੀ ਰਿਹਾ ਹੈ। ਇਸ ਸਾਰੀ ਡਾਵਾਂਡੋਲ ਸਥਿਤੀ ਦੇ ਵਿੱਚ ਦੇਖਣ ਨੂੰ, ਜੋ ਸਮਝਣ ਨੂੰ ਨਜ਼ਰ ਆਉਂਦਾ ਹੈ, ਉਹ ਐਂ ਹੀ ਲੱਗਦਾ ਹੈ ਕਿ ਸਿੱਖ ਧਰਮ ਦੇ ਵਿੱਚ ਵੀ ਜਿਹੜਾ ਹੈ ਉਹਨਾਂ ਦੂਸਰੇ ਧਰਮਾਂ ਦੇ ਤਰ੍ਹਾਂ ਹੀ ਇਸਤਰੀ ਨੂੰ ਸਮਝਿਆ ਜਾ ਰਿਹਾ ਹੈ। ਇਸਤਰੀ ਅਤੇ ਪੁਰਸ਼ ਦੋਵੇਂ ਹੀ ਵੈਸੇ ਇੱਕ ਸਿੱਕੇ ਦੇ ਪਹਿਲੂ ਨੇ, ਯਾਦ ਰੱਖਣਾ। ਇਸਤਰੀ ਅਤੇ ਪੁਰਸ਼ ਦੋਵੇਂ ਰਲ ਕੇ ਇੱਕ ਸੰਪੂਰਨ ਮਨੁੱਖ ਕਹਾਏ ਜਾ ਸਕਦੇ ਹੈ। ਗੁਰੂ ਸਾਹਿਬ ਜੀ ਮਹਾਰਾਜ ਦਾ ਪਾਵਨ ਵਾਕ ਹੈ, ਏਕ ਜੋਤ ਦੋਇ ਮੂਰਤੀ, ਧਨ ਪਿਰ ਕਹੀਐ ਸੋਏ। ਪਰ ਗੁਰੂ ਪਿਆਰ ਵਾਲਿਓ, ਅੱਜ ਤੇ ਔਰਤ ਨੂੰ ਨੀਵਾਂ ਸਮਝਿਆ ਜਾ ਰਿਹਾ ਹੈ। ਬੰਦਾ ਆਪ ਉੱਚਾ ਹੋ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਹਜ਼ੂਰ ਬੈਠ ਕੇ ਗੁਰੂ ਰਾਮਦਾਸ ਮਹਾਰਾਜ ਦੀਆਂ ਸੋਹੀ ਰਾਗ ਦੇ ਅੰਦਰ ਜਿਹੜੀਆਂ ਲਾਵਾਂ ਨੇ ਉਹ ਪੜ੍ਹ ਕੇ ਆਨੰਦ ਕਾਰਜ 'ਤੇ ਕੀਤੇ ਜਾ ਰਹੇ ਨੇ, ਪਰ ਕੀ ਬਰਾਬਰਤਾ ਦਿੱਤੀ ਜਾ ਰਹੀ ਹੈ? ਸਾਡੇ ਸਿੱਖ ਇਤਿਹਾਸ ਗਵਾਹ ਹੈ ਕਿ ਮਾਈ ਭਾਗ ਕੌਰ ਵਰਗੀਆਂ, ਮਾਤਾ ਭਾਗੋ ਵਰਗੀਆਂ ਜਿਨ੍ਹਾਂ ਸਿੱਖ ਬੀਬੀਆਂ ਨੇ 40-40 ਸਿੰਘਾਂ ਦੇ ਜਥੇ ਦੀ ਅਗਵਾਈ ਕੀਤੀ ਸੀ, ਅਤੇ ਉਹ ਸਿੱਖ ਬੀਬੀਆਂ ਜਿਨ੍ਹਾਂ ਨੇ ਆਪਣੇ ਬੱਚਿਆਂ ਦੇ ਟੁਕੜੇ ਕਰਾ ਕੇ ਗਲਾਂ ਦੇ ਵਿੱਚ ਹਾਰ ਪਵਾਏ ਸੀ, ਅਤੇ ਹੋਰ ਵੀ ਅਜਿਹੀਆਂ ਅਨੇਕਾਂ ਘਟਨਾਵਾਂ ਹਨ ਜਿਨ੍ਹਾਂ ਰਾਹੀਂ ਸਿੱਖ ਬੀਬੀਆਂ ਨੇ ਆਪਣੇ ਸਿੱਖ ਭਰਾਵਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਪੰਥ ਲਈ ਕੁਰਬਾਨੀਆਂ ਕੀਤੀਆਂ ਸਨ ਅਤੇ ਤਸੀਹੇ ਝੱਲੇ ਸਨ। ਨਾਲੇ ਫਿਰ ਜਦੋਂ ਸਾਰੇ ਨਿਯਮ ਅਸੂਲ ਮਰਦਾਂ ਵਾਲੇ ਸਿੱਖ ਇਸਤਰੀ 'ਤੇ ਲਾਗੂ ਹੁੰਦੇ ਹਨ, ਅਤੇ ਫਿਰ ਇਹ ਦੋ ਕਾਰਜ ਕਿਉਂ ਨਹੀਂ? ਦਰਬਾਰ ਸਾਹਿਬ ਵਿੱਚ ਕੀਰਤਨ ਕਰਨ ਅਤੇ ਪੰਜ ਪਿਆਰਿਆਂ ਵਿੱਚ ਸ਼ਾਮਲ ਹੋਣ ਦਾ ਅਧਿਕਾਰ ਔਰਤ ਨੂੰ ਕਿਉਂ ਨਹੀਂ? ਬੀਬੀਆਂ 'ਤੇ ਇਹ ਪਾਬੰਦੀ ਕਿਉਂ? ਜਦੋਂ ਕਿ ਸਿੱਖ ਬੀਬੀਆਂ ਖੰਡੇ ਦੀ ਪਹੁਲ ਲੈ ਸਕਦੀਆਂ, ਸਿੱਖ ਰਹਿਤ ਮਰਜ਼ਾਦਾ 'ਤੇ ਪਹਿਰਾ ਦਿੰਦੀਆਂ ਹੋਈਆਂ ਹੋਰ ਗੁਰੂ ਘਰਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਤੇ ਪਾਠ ਅਤੇ ਕੀਰਤਨ ਕਰ ਸਕਦੀਆਂ, ਫਿਰ ਦਰਬਾਰ ਸਾਹਿਬ ਦੇ ਵਿੱਚ ਇਹ ਕੀਰਤਨ ਕਿਉਂ ਨਹੀਂ ਕਰ ਸਕਦੀਆਂ? ਇਸ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਸਿੱਖ ਕੌਮ ਵਿੱਚ ਵੀ ਇਸਤਰੀ ਨੂੰ ਬਰਾਬਰਤਾ ਅਜੇ ਤੀਕਰ ਨਹੀਂ ਮਿਲੀ, ਕਿਉਂਕਿ ਸਿੱਖ ਮੱਤ ਵਿੱਚ ਦਰਬਾਰ ਸਾਹਿਬ ਅਤੇ ਖੰਡੇ ਦੀ ਪਹੁਲ ਦੀ ਵਿਸ਼ੇਸ਼ ਮਹੱਤਤਾ ਹੈ। ਇਹਨਾਂ ਵਿਸ਼ੇਸ਼ ਮਹੱਤਤਾ ਵਾਲੀਆਂ ਥਾਵਾਂ 'ਤੇ ਸਿੱਖ ਇਸਤਰੀਆਂ ਉੱਤੇ ਵੀ ਹੋਰ ਧਰਮਾਂ ਵਾਂਗ ਸਿੱਖ ਧਰਮ ਵਿੱਚ ਵੀ ਪਾਬੰਦੀਆਂ ਲਗਾਈਆਂ ਹੋਈਆਂ ਨੇ। ਸਮਝ ਨਹੀਂ ਆਉਂਦੀ ਕਿ ਜੇਕਰ ਸਿੱਖ ਵੀ ਇਸਤਰੀ ਨੂੰ ਇੰਨੀਆਂ ਹੀ ਅਪਵਿੱਤਰ ਮੰਨਦੇ ਹਨ ਕਿ ਉਹਨਾਂ ਦੇ ਕੀਰਤਨ ਕਰਨ ਨਾਲ ਦਰਬਾਰ ਸਾਹਿਬ ਦੀ ਪਵਿੱਤਰਤਾ ਭੰਗ ਹੁੰਦੀ ਹੈ, ਅਤੇ ਪੰਜ ਪਿਆਰਿਆਂ ਵਿੱਚ ਸ਼ਾਮਲ ਹੋਣ ਨਾਲ ਖੰਡੇ ਦੀ ਪੌਲ ਜਿਹੜੀ ਹੈ ਉਹ ਪੌਲ ਨਹੀਂ ਰਹਿੰਦੀ, ਫਿਰ ਇਹਨਾਂ ਅਪਵਿੱਤਰ ਇਸਤਰੀਆਂ ਨੂੰ ਨਾ ਤਾਂ ਦਰਬਾਰ ਸਾਹਿਬ ਵਿੱਚ ਦਾਖਲ ਹੋਣ ਦੇਣਾ ਚਾਹੀਦਾ ਅਤੇ ਨਾ ਹੀ ਇਹਨਾਂ ਨੂੰ ਅੰਮ੍ਰਿਤ ਛਕਾਉਣਾ ਚਾਹੀਦਾ। ਨਾਲੇ ਫਿਰ ਅਪਵਿੱਤਰ ਇਸਤਰੀਆਂ ਦੇ ਅਪਵਿੱਤਰ ਖੂਨ ਤੋਂ ਪੈਦਾ ਹੋਇਆ ਮਰਦ ਆਪਣੇ ਆਪ ਨੂੰ ਕਿਵੇਂ ਪਵਿੱਤਰ ਕਹਾ ਸਕਦਾ ਹੈ? ਵਾਹ, ਕੈਸੀ ਕਮਾਲ ਦੀ ਗੱਲ ਹੈ ਕਿ ਸਾਨੂੰ ਇਹ ਨਹੀਂ ਪਤਾ ਕਿ ਸਿੱਖ ਧਰਮ ਵਿੱਚ ਇਹੀ ਵਿਲੱਖਣਤਾ ਅਤੇ ਵਿਸ਼ਾਲਤਾ ਹੈ ਕਿ ਕਿਸੇ ਵੀ ਧਰਮ, ਜਾਤ, ਨਸਲ ਜਾਂ ਦੇਸ਼ ਦਾ ਮਨੁੱਖ, ਇਸਤਰੀ ਜਾਂ ਪੁਰਸ਼, ਖੰਡੇ ਦੀ ਪਹੁਲ ਛਕ ਕੇ ਗੁਰਮਤਿ ਨੂੰ ਸਮਰਪਿਤ ਹੋ ਕੇ ਸਿੱਖ ਪੰਥ ਦਾ ਮੈਂਬਰ ਸਿੱਖ ਬਣ ਸਕਦਾ ਹੈ ਅਤੇ ਸਿੱਖੀ ਦੀ ਹਰ ਰਹੁ ਰੀਤ ਨੂੰ ਵਿੱਚ ਸ਼ਾਮਲ ਹੋ ਸਕਦਾ ਹੈ। ਪਰ ਬੜੀ ਨਮੋਸ਼ੀ ਦੀ ਗੱਲ ਹੈ, ਬੜਾ ਦੁੱਖ ਹੁੰਦਾ ਹੈ ਜਦੋਂ ਅੱਜ ਵੀ ਸੁਣਨ ਨੂੰ ਮਿਲਦਾ ਹੈ ਕਿ ਇਸ ਜਗ੍ਹਾ 'ਤੇ ਇਸ ਔਰਤ ਦੇ ਨਾਲ ਬਲਾਤਕਾਰ ਹੋਇਆ। ਇਹੋ ਜਿਹੀਆਂ ਅਨੇਕਾਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਜਿਨ੍ਹਾਂ ਤੋਂ ਪਤਾ ਲੱਗ ਰਿਹਾ ਕਿ ਅੱਜ ਜਿਹੜਾ ਫਿਰ ਔਰਤ ਨੂੰ ਬਰਾਬਰ ਦਾ ਅਧਿਕਾਰ ਨਹੀਂ ਦਿੱਤਾ ਜਾ ਰਿਹਾ। ਕੇਵਲ ਗੁਰਦੁਆਰਿਆਂ ਵਿੱਚ ਜਾ ਕੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੱਗੇ ਮੱਥੇ ਟੇਕਣ ਤੀਕਰ ਹੀ ਸੀਮਿਤ ਰਹਿ ਗਏ ਹਾਂ। ਪਰ ਗੁਰੂ ਪਿਆਰ ਵਾਲਿਓ, ਮੁਆਫ ਕਰਨਾ,
ਇੱਕ ਗੱਲ ਸੱਚ ਏ ਕਿ ਅਸੀਂ ਮੱਥੇ ਇਕੱਲੇ ਟੇਕੇ ਨੇ, ਪਰ ਗੁਰਬਾਣੀ ਨੂੰ ਪੜ੍ਹਿਆ ਨਹੀਂ, ਗੁਰਬਾਣੀ ਨੂੰ ਸਮਝਿਆ ਨਹੀਂ, ਗੁਰਬਾਣੀ ਅਨੁਸਾਰ ਅਸੀਂ ਆਪਣੇ ਜੀਵਨ ਨੂੰ ਜਿਉਣ ਦਾ ਯਤਨ ਹੀ ਨਹੀਂ ਕੀਤਾ। ਇਹੀ ਤਾਂ ਕਮੀ ਰਹੀ ਹੈ ਕਿ ਗੁਰਬਾਣੀ ਅਸੀਂ ਪੜ੍ਹੀ ਨਹੀਂ। ਜੇ ਅਸੀਂ ਇਹ ਸ਼ਬਦ ਸੁਣਿਆ ਵੀ ਹੈ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ 473 ਨੰਬਰ ਪੰਨੇ ਦੇ ਉੱਪਰ ਜਿਹੜਾ ਪੰਡ ਜੰਮੀ ਹੈ ਪੰਡ ਨਿੰਮੀ ਹੈ ਵਾਲਾ, ਉਹ ਸੁਣ ਤੀਕਰ ਹੀ ਸੀਮਤ ਰਹਿ ਗਏ ਆ, ਪਰ ਅਮਲ ਨਹੀਂ ਕੀਤਾ। ਔਰਤ ਫਿਰ ਅੱਜ ਸਿੱਖ ਧਰਮ ਦੇ ਵਿੱਚ ਰੱਖੜੀ ਬੰਨ੍ਹ ਕੇ ਪ੍ਰਣ ਲੈਂਦੀ ਪਈ ਹੈ ਆਪਣੇ ਭਰਾ ਤੋਂ। ਔਰਤ ਫਿਰ ਅੱਜ ਸਿੱਖ ਧਰਮ ਦੇ ਵਿੱਚ ਆਪਣੇ ਨੱਕ 'ਤੇ ਕੰਨ ਬਣਾ ਕੇ ਵਾਲੀਆਂ 'ਤੇ ਕੋਕੇ ਪਾ ਰਹੀ ਹੈ। ਕਿਉਂ? ਇਹ ਗੁਲਾਮੀ ਦਾ ਪ੍ਰਤੀਕ ਹੈ ਮੇਰੀਓ ਭੈਣੋ। ਇੱਕ ਗੱਲ ਯਾਦ ਰੱਖਿਓ ਜੇ, ਤੁਹਾਨੂੰ ਫਿਰ ਅੱਜ ਗੁਲਾਮ ਬਣਾਇਆ ਜਾ ਰਿਹਾ ਹੈ। ਅਸੀਂ ਇਸ ਗੁਲਾਮੀ ਦੀਆਂ ਜੰਜੀਰਾਂ ਨੂੰ ਤੋੜਨਾ ਹੈ, ਅਤੇ ਇਹਨਾਂ ਨੂੰ ਤੋੜਨ ਦੇ ਲਈ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਓਟ ਲੈਣੀ ਪਵੇਗੀ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚੋਂ ਬਾਣੀ ਪੜ੍ਹ ਕੇ ਉਸ ਅਨੁਸਾਰ ਜਿਉਣਾ ਪਵੇਗਾ, ਤਾਂ ਹੀ ਫਿਰ ਅੱਜ ਫਿਰ ਉਸ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਵੱਲੋਂ ਜੋ ਸਿਧਾਂਤ ਦਿੱਤਾ ਗਿਆ ਸੀ, ਔਰਤ ਨੂੰ ਬਰਾਬਰਤਾ ਦਾ ਅਧਿਕਾਰ ਦਿੱਤਾ ਗਿਆ ਸੀ, ਅੱਜ ਉਸ ਔਰਤ ਨੂੰ ਫਿਰ ਬਰਾਬਰਤਾ ਦਾ ਅਧਿਕਾਰ ਤਾਂ ਹੀ ਦਿੱਤਾ ਜਾ ਸਕਦਾ ਹੈ ਜੇ ਅਸੀਂ ਗੁਰਬਾਣੀ ਅਨੁਸਾਰ ਜਿਉਣਾ ਸ਼ੁਰੂ ਕਰ ਦਈਏ। ਗੁਰੂ ਪਿਆਰ ਵਾਲਿਓ, ਯਤਨ ਕਰੋ, ਗੁਰਬਾਣੀ ਆਪ ਪੜ੍ਹ ਕੇ ਗੁਰਬਾਣੀ ਨੂੰ ਸਮਝੋ, ਗੁਰਬਾਣੀ ਦੇ ਭਾਵ ਅਰਥਾਂ ਨੂੰ ਸਮਝੋ, ਤਾਂ ਜੋ ਅੱਜ ਕਰਮ ਕਾਂਡ, ਵਹਿਮ ਭਰਮ, ਜੋ ਪਖੰਡ ਅੱਜ ਫੇਰ ਵੱਧ ਰਹੇ ਨੇ, ਇਹਨਾਂ ਨੂੰ ਰੋਕਿਆ ਜਾ ਸਕੇ, ਇਸਤਰੀ ਨੂੰ ਉਸਦੇ ਬਰਾਬਰ ਦਾ ਅਧਿਕਾਰ ਮਿਲ ਸਕੇ। ਇਤਨੀਆਂ ਬੇਨਤੀਆਂ ਕਰਦਾ ਹੋਇਆ ਦਾਸ ਖਿਮਾ ਦਾ ਜਾਚਕ ਹੈ। ਬੋਲਦਿਆਂ ਪਾਸੋਂ ਹੋਈਆਂ ਬੇਅੰਤ ਭੁੱਲਾਂ ਦੀ ਮੁਆਫੀ। ਗੁਰੂ ਸਾਹਿਬ ਜੀ ਦੇ ਅੱਗੇ ਹਾਜ਼ਰੀ ਲਵਾਉਂਦੇ ਹੋਏ ਅੰਤ ਵਿੱਚ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।